ਬੀਤੇ ਦਿਨੇ ਪੰਜਾਬ ਦੇ ਜਿਹੜੇ ਕਲੈਰੀਕਲ ਆਫਿਸਰਸ ਨੇ, ਜੇਕਰ ਆਪਾਂ ਗੱਲ ਕਰੀਏ ਤਹਿਸੀਲ ਦੀ ਜਾਂ ਡੀਸੀ ਆਫਿਸ ਦੀ, ਇਹਨਾਂ ਦਾ ਜਿਹੜਾ ਕਲੈਰੀਕਲ ਸਟਾਫ ਹੈ ਉਹਨਾਂ ਨੇ ਕਲਮ ਛੋੜ ਹੜਤਾਲ ਦਾ ਐਲਾਨ ਕੀਤਾ ਸੀਗਾ ਤੇ ਪੰਜਾਬ ਸਰਕਾਰ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਸੀ, ਜਿਸ ਦੇ ਉੱਤੇ ਕੈਪਟਨ ਸਾਹਿਬ ਦਾ ਇੱਕ ਵੱਡਾ ਫੈਸਲਾ ਇਹ ਆਇਆ ਕਿ ਉਹਨਾਂ ਨੇ ਇਹ ਕਿਹਾ ਕਿ ਜਿਹੜੇ ਵੀ ਕਲੈਰੀਕਲ ਸਟਾਫ ਨੇ ਉਹ ਆਪਣੀ ਹੜਤਾਲ ਨੂੰ ਖਤਮ ਕਰ ਦੇਣ ਤੇ ਉਹਨਾਂ ਦੀ ਜਿਹੜੀ ਗੱਲ ਉਹ ਪੂਰਨ ਤਰੀਕੇ ਦੇ ਨਾਲ ਸੁਣੀ ਜਾਏਗੀ। ਇਸ ਫੈਸਲੇ 'ਚ ਸਾਡੇ ਨਾਲ ਗੱਲ ਕਰਨ ਲਈ ਮੌਜੂਦ ਨੇ ਬੀਜੇਪੀ ਦੇ ਸੀਨੀਅਰ ਨੇਤਾ ਮਨੋਰੰਜਨ ਕਾਲੀਆ। ਅਸੀਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਕਾਲੀਆ ਸਾਹਿਬ, ਜਿਹੜਾ ਕੈਪਟਨ ਸਾਹਿਬ ਨੇ ਜਿਹੜੀ ਕਲਮ ਛੋੜ ਹੜਤਾਲ ਚੱਲ ਰਹੀ ਸੀ ਕਲੈਰੀਕਲ ਸਟਾਫ ਦੀ, ਉਹਨਾਂ ਨੂੰ ਹੁਣ ਇਹ ਗੱਲ ਆਸ਼ਵਾਸਨ ਦਿੱਤਾ ਕਿ ਤੁਸੀਂ ਆਪਣੀ ਹੜਤਾਲ ਖਤਮ ਕਰੋ ਤੇ ਅਸੀਂ ਤੁਹਾਡੀ ਹਰ ਗੱਲ ਸੁਣਾਂਗੇ, ਮੰਗ ਪੂਰੀ ਕਰਨ ਦੀ ਕੋਸ਼ਿਸ਼ ਵੀ ਕਰਾਂਗੇ। ਇਸ ਫੈਸਲੇ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਗੱਲ ਇਹ ਸਿਰਫ ਆਈ ਵਾਸ਼ ਹੈ। ਸਿਰਫ ਕਹਿੰਦੇ ਕਿ ਮੂੰਹ ਦੀ ਬੱਲੇ ਬੱਲੇ ਹੱਥਾਂ ਦੀ ਹੜਤਾਲ। ਕੈਪਟਨ ਸਾਹਿਬ ਨੇ ਆਪਣੇ ਹੱਥਾਂ ਦੀ ਹੜਤਾਲ ਕੀਤੀ, ਉਹਨਾਂ ਨੇ ਕਲਮ ਛੋੜ ਹੜਤਾਲ ਕੀਤੀ ਹੈਗੀ ਹੈ ਕਿਉਂਕਿ ਉਹਨਾਂ ਦੇ ਜਿਹੜੇ ਡੀਏ ਜਿਹੜੇ ਹੈਗੇ ਆ ਹਾਲੇ ਤੱਕ ਮਿਲੇ ਨਹੀਂ ਹੈਗੇ ਆ। ਰਾਦਰ ਜਿਹੜਾ ਸੈਲਰੀ ਕੱਟ ਲਗਾਉਣ ਦੀ ਤਿਆਰੀ ਹੋ ਰਹੀ ਹੈ। ਸੋ ਉਸੇ ਨਾਤੇ ਜਿਹੜੇ ਉਹਨਾਂ ਨੂੰ ਕੋਈ ਮਹੀਨੇ ਮੋਬਾਈਲ ਦੇ ਉੱਤੇ ਪੈਸੇ ਵਗੈਰਾ ਮਿਲਦੇ ਸੀ, ਉੱਤੇ ਕੱਟ ਲਗਾ ਦਿੱਤਾ। ਸੋ ਉਹਦੇ ਨਾਲ ਜਿਹੜਾ ਹੈਗਾ ਤੁਸੀਂ 19 ਤੋਂ ਲੈ ਕੇ 21 ਤੱਕ ਜਿਹੜਾ ਉਹ ਕਲੈਰੀਕਲ ਸਟਾਫ ਜਿਹੜਾ ਹੈਗਾ ਉਹ ਮਾਸ ਲੀਵ 'ਤੇ ਗਿਆ। ਸੋ ਉਸ ਨਾਲ ਜਿਹੜਾ ਹੈਗਾ ਸਰਕਾਰ ਦਾ ਕੰਮਕਾਜ ਬਿਲਕੁਲ ਠੱਪ ਹੈ ਕਿਉਂਕਿ ਜਿਹੜੀਆਂ ਫਾਈਲਾਂ ਹੈਗੀਆਂ ਉਹ ਸਾਰੀਆਂ ਕਲਰਕਸ ਨੇ ਹੀ ਜਿਹੜੀ ਹੈਗੀ ਹੈ ਉਹ ਸਟੱਡੀ ਕਰਕੇ ਬਣਾਉਣੀਆਂ ਹੁੰਦੀਆਂ, ਫਿਰ ਉਹਦੇ ਬਾਅਦ ਜਿਹੜਾ ਰਿਮਾਰਕਸ ਲਈ ਜਿਹੜਾ ਹੈਗਾ ਪ੍ਰਿੰਸੀਪਲ ਸੈਕਟਰੀ ਜਾਂ ਮਿਨਿਸਟਰ ਜਾਂ ਆਫਿਸਰਸ ਨੂੰ ਭੇਜਣੀਆਂ ਹੁੰਦੀਆਂ। ਸੋ ਉਸੇ ਤਰ੍ਹਾਂ ਜਿਹੜਾ ਹੈਗਾ 3 ਦਿਨ ਪੂਰੀ ਤਰ੍ਹਾਂ ਸਟ੍ਰਾਈਕ 'ਤੇ ਰਿਹਾ ਔਰ ਪੂਰਾ ਕੰਮਕਾਜ ਠੱਪ ਰਿਹਾ ਤੇ ਕੈਪਟਨ ਅਮਰਿੰਦਰ ਸਿੰਘ ਹੁਣੀ ਕਹਿੰਦੇ ਕਿ ਤੁਹਾਡੇ ਬਾਰੇ ਸੋਚਿਆ ਜਾਊਗਾ। 3.5 ਸਾਲਾਂ 'ਚ ਤਾਂ ਤੁਸੀਂ ਸੋਚਿਆ ਨਹੀਂ ਹੋ। ਅੱਜ ਉਹ ਜਿਹੜੇ ਮਜਬੂਰ ਹੋ ਗਏ ਕਿ ਵੀ ਭਾਈ ਅਸੀਂ ਹੜਤਾਲ 'ਤੇ ਜਾਣਾ, ਹੁਣ ਇਹ ਸੋਚਣਾ ਸ਼ੁਰੂ ਕਰਨਗੇ ਤੇ ਜਦੋਂ ਕਦ ਸੋਚੋਗੇ ਤੇ ਕਦ ਜਿਹੜਾ ਹੈਗਾ ਉਹਦਾ ਇੰਪਲੀਮੈਂਟੇਸ਼ਨ ਕਰੋਗੇ। ਇਹ ਤਾਂ ਸਿਰਫ ਇਹ ਹੈਗਾ ਕਿ ਭਾਈ ਉਹਨਾਂ ਨੂੰ ਜਿਹੜਾ ਨਾ ਜੀ ਕਿ ਵੀ ਲੋਲੀਪੌਪ ਦਿੱਤਾ ਜਾ ਰਿਹਾ ਕਿ ਭਾਈ ਤੁਸੀਂ ਮੰਨ ਜਾਓ, ਤੁਸੀਂ ਸਰਕਾਰ ਦਾ ਕੰਮ ਕਰੋ, ਕਿਉਂਕਿ ਸਰਕਾਰ ਤਾਂ ਸਿਰਫ ਆਪਣੇ ਲਈ ਲੱਗੀ ਹੋਈ ਹੈ ਕੰਮ ਕਰਨ ਲਈ, ਚਾਹੇ ਉਹ ਇਲੀਗਲ ਜਿਹੜੀ ਹੈਗੀ ਹੈ ਸ਼ਰਾਬ ਵੇਚਣ ਦਾ ਮਾਮਲਾ ਹੋਵੇ ਤੇ ਚਾਹੇ ਜਿਹੜਾ ਹੈਗਾ ਮਾਈਨਿੰਗ ਦਾ ਮਾਮਲਾ ਹੋਵੇ। ਸੋ ਉਹਨਾਂ ਨੂੰ ਜਨਤਾ ਦੀ ਸੋਚ ਨਹੀਂ ਹੈ, ਉਹਨਾਂ ਨੂੰ ਸਰਕਾਰ ਦੇ ਜਿਹੜਾ ਹੈਗਾ ਸਟਾਫ ਉਹਦੇ ਬਾਰੇ ਕੋਈ ਸੋਚ ਨਹੀਂ ਹੈ, ਸਿਰਫ ਆਪਣੇ ਆਪ ਦੀ ਸੋਚ ਹੈ। ਕਿ ਜਿਹੜਾ ਹੁਣ ਵੀਕਐਂਡ ਪਹਿਲੇ ਲੋਕਡਾਊਨ ਲੱਗਦਾ ਸੀਗਾ, ਹੁਣ ਕੈਪਟਨ ਸਾਹਿਬ ਨੇ ਵੀਕਐਂਡ ਕਰਫਿਊ ਲਗਾ ਦਿੱਤਾ। ਤੁਹਾਨੂੰ ਕੀ ਲੱਗਦਾ ਇਹ ਫੈਸਲਾ ਕਿਸ ਹਿਸਾਬ ਨਾਲ ਹੈ, ਕਿਸ ਨਜ਼ਰੀਏ ਨਾਲ ਦੇਖਦੇ ਇਸ ਫੈਸਲੇ ਨੂੰ? ਦੇਖੋ ਐਸਾ ਹੈ ਕਿ ਵੀ ਲੋਕਡਾਊਨ ਹੈ ਕਿ ਕਰਫਿਊ ਹੈ, ਵੀ ਕਨਫਿਊਜ਼ਨ ਹੈ ਕਿਉਂਕਿ ਜਿਹੜਾ ਇੱਕ ਨੋਟੀਫਿਕੇਸ਼ਨ ਮੇਰੇ ਕੋਲ ਆਇਆ ਹੋਇਆ ਉਹਦੇ 'ਚ ਵੀਕਐਂਡ 'ਤੇ ਕਰਫਿਊ ਲੁਧਿਆਣਾ ਡਿਸਟ੍ਰਿਕਟ 'ਚ ਲੱਗੇਗਾ ਤੇ ਲੇਕਿਨ ਹੈਗਾ ਕਿ ਵੀ ਬਾਕੀ ਜਗ੍ਹਾ ਜਿਹੜਾ ਲੋਕਡਾਊਨ ਰਹੇਗਾ। ਹੁਣ ਤੁਸੀਂ ਜੇ ਕਰਫਿਊ ਕਹਿ ਰਹੇ ਹੋ ਕਿਉਂਕਿ ਹਾਲੇ ਕਲੈਰੀਫਿਕੇਸ਼ਨ ਪੂਰੀ ਤਰ੍ਹਾਂ ਨਹੀਂ ਹੈ। ਸੋ ਇਹ ਗਵਰਨਮੈਂਟ ਆਫ ਕਨਫਿਊਜ਼ਨਸ ਹੈਗੀ ਹੈ। ਸੋ ਉਸ ਨਾਤੇ ਜਿਹੜਾ ਅੱਜ ਲੋਕਡਾਊਨ ਵੀ ਹੈ ਤੇ ਜਾਂ ਚਲੋ ਕਹਿ ਲਓ ਕਰਫਿਊ, ਉਹ ਪੂਰੀ ਤਰ੍ਹਾਂ ਉਹਦੀ ਇੰਪਲੀਮੈਂਟੇਸ਼ਨ ਨਹੀਂ ਹੋ ਰਹੀ ਕਿਉਂਕਿ ਠੇਕੇ ਜਿਹੜੇ ਹੈਗੇ ਆ ਉਹ ਖੁੱਲ੍ਹੇ ਆ। ਠੇਕਿਆਂ ਨੂੰ ਤਾਂ ਖੁੱਲ੍ਹਣ ਦੀ ਇਜਾਜ਼ਤ ਉਹਨਾਂ ਨੇ ਪਹਿਲਾਂ ਵੀ ਦਿੱਤੀ ਹੋਈ ਸੀ ਡਿਊਰਿੰਗ ਲੋਕਡਾਊਨ ਵੀ ਜਿਹੜਾ ਹੈਗਾ। ਤੇ ਹੁਣ ਜਿਹੜਾ ਹੈਗਾ ਕਿ ਵੀ ਅਸੀਂ ਹੁਣ ਜਿਹੜੇ ਐਸੈਂਸ਼ੀਅਲ ਗੁੱਡਸ ਜਿਹੜੀਆਂ ਐਸੈਂਸ਼ੀਅਲ ਆਈਟਮਸ ਕਿਹੜੀਆਂ ਇਹਨੂੰ ਡਿਫਾਈਨ ਨਹੀਂ ਕੀਤਾ ਗਿਆ। ਹੁਣ ਐਸੈਂਸ਼ੀਅਲ ਆਈਟਮਸ ਵੀ ਜਿਹੜੀਆਂ ਹੈਗੀਆਂ ਤੁਸੀਂ ਸਮੇਂ ਅਨੁਸਾਰ ਬਦਲ ਜਾਂਦੀਆਂ। ਸਰਦੀਆਂ 'ਚ ਕੁਝ ਹੋਰ ਹੁੰਦੀ ਹੈ, ਗਰਮੀਆਂ 'ਚ ਕੁਝ ਹੋਰ ਹੁੰਦੀਆਂ। ਸੋ ਉਸ ਨਾਤੇ ਜਿਹੜਾ ਹੁਣ ਜਿਸ ਤਰ੍ਹਾਂ ਏਸੀ ਆ ਫਾਰ ਐਗਜ਼ਾਮਪਲ, ਉਹ ਗਰਮੀਆਂ 'ਚ ਐਸੈਂਸ਼ੀਅਲ ਹੈਗਾ ਲੇਕਿਨ ਹੈਗਾ ਸਰਦੀਆਂ ਦੇ ਵਿੱਚ ਇਹਦੀ ਲੋੜ ਨਹੀਂ ਹੁੰਦੀ ਹੈਗੀ। ਤਾਂ ਉਸ ਨਾਤੇ ਜਿਹੜਾ ਹੈਗਾ ਕਿ ਵੀ ਅਸੀਂ ਕਹੀਏ ਕਿ ਵੀ ਸ਼ਨੀ ਐਤਵਾਰ ਲੋਕਡਾਊਨ ਲਗਾਉਣ ਨਾਲ ਜਾਂ ਤੁਸੀਂ ਕਰਫਿਊ ਲਗਾਉਣ ਨਾਲ ਜਿਹੜਾ ਹੈਗਾ ਇਹ ਮਹਾਮਾਰੀ 'ਤੇ ਕਾਬੂ ਪਾਇਆ ਜਾਣਾ, ਇਹ ਐਸਾ ਨਹੀਂ ਹੈ ਕਿਉਂਕਿ ਹਾਲੇ ਤੱਕ ਨਾ ਤਾਂ ਵੈਕਸੀਨ ਬਣੀ, ਨਾ ਹੀ ਕੋਈ ਮੈਡੀਸਿਨ ਆਈ ਹੈ। ਤੇ ਸਿਰਫ ਹੈਗਾ ਕਿ ਵੀ ਆਪਣੇ ਅਨੁਸਾਰ ਜਿਹੜਾ ਹੈ ਨਾ ਜੀ ਇੱਕ ਤਰੀਕਾ ਅਪਣਾਉਂਦੇ ਆ। ਸੋ ਲੋਕਾਂ ਨੂੰ ਜਿਹੜਾ ਹੈਗਾ ਇਸ ਢੰਗ ਦੇ ਨਾਲ ਕਿ ਵੀ ਚਲੋ ਅਸੀਂ ਦੇਖੋ ਜੀ ਸਰਕਾਰ ਕੰਮ ਕਰ ਰਹੀ ਹੈ, ਸਿਰਫ ਇਹੀ ਕਾਰਨ ਹੈ, ਹੋਰ ਤਾਂ ਕੋਈ ਕਾਰਨ ਨਹੀਂ ਹੈਗਾ। ਜੇਕਰ ਗੱਲ ਕੀਤੀ ਜਾਵੇ, ਜਿੱਦਾਂ ਤੁਸੀਂ ਕਿਹਾ ਸਰਕਾਰ ਕੰਮ ਕਰ ਰਹੀ ਹੈ, ਸਰਕਾਰ ਨੇ ਨਾਈਟ ਕਰਫਿਊ ਦਾ ਜਿਹੜਾ ਟਾਈਮ ਵੀ ਵਧਾ ਦਿੱਤਾ ਕਿਉਂਕਿ ਪਹਿਲਾਂ 9 ਵਜੇ ਤੋਂ ਲੈ ਕੇ 5 ਵਜੇ ਤੱਕ ਹੁੰਦਾ ਸੀਗਾ। ਉਸ ਤੋਂ ਵਿੱਚ ਜੇ ਹੋਰ ਢਿੱਲ ਮੱਠ ਵੀ ਕੀਤੀ ਗਈ ਸੀ, ਉਸ ਤੋਂ ਬਾਅਦ ਹੁਣ ਫਿਰ 7 ਵਜੇ ਤੋਂ ਲੈ ਕੇ 5 ਵਜੇ ਤੱਕ ਕਰ ਦਿੱਤਾ ਗਿਆ। ਕੀ ਤੁਹਾਨੂੰ ਨਹੀਂ ਲੱਗਦਾ ਜਿਹੜੇ ਗਵਰਨਮੈਂਟ ਸਟੈਪਸ ਚੱਕ ਰਹੀ ਹੈ ਉਹ ਵਾਜਿਬ ਨੇ? ਦੇਖੋ ਪਹਿਲੀ ਗੱਲ ਤਾਂ 7 ਵਜੇ ਤੋਂ 5 ਵਜੇ ਤੱਕ ਤੁਸੀਂ ਕਹੋਗੇ ਰਾਤ ਨੂੰ ਕਿਹੜਾ ਰਾਤੀ ਘੁੰਮਦਾ ਬੰਦਾ। ਆਮ ਤੌਰ 'ਤੇ ਸਾਰੇ ਬੰਦੇ ਤੁਸੀਂ ਘਰਾਂ 'ਚ ਹੁੰਦੇ ਸੁੱਤੇ ਹੁੰਦੇ ਆ ਤੇ ਕਿਸੇ ਨੂੰ ਕੋਈ ਬਹੁਤ ਜ਼ਰੂਰੀ ਕੰਮ ਪਏਗਾ ਉਹ ਤਾਂ ਈਵਨ ਰਾਤ ਨੂੰ ਵੀ ਨਿਕਲੇਗਾ। ਜੇ ਉਹਨੂੰ ਬੰਦਾ ਕੋਈ ਬਿਮਾਰ ਹੋ ਗਿਆ, ਸਪੋਜ਼ ਕੋਈ ਐਕਸੀਡੈਂਟ ਹੋ ਜਾਂਦਾ ਤਾਂ ਨੈਚੁਰਲ ਹੈਗਾ ਕਿ ਵੀ ਘਰ ਦੇ ਬੰਦੇ ਜਿਹੜੇ ਹੈਗੇ ਬਾਹਰ ਜਾਣਗੇ। ਤਾਂ ਸੇਮ ਇਜ਼ ਦਾ ਸਿਚੁਏਸ਼ਨ ਚਾਹੇ ਉਹ ਕਰਫਿਊ ਹੋਵੇ ਜਾਂ ਨਾ ਹੋਵੇ। ਹੁਣ ਅਸੀਂ ਜੇ ਇੱਦਾਂ ਕਹੀਏ ਕਿ ਵੀ ਇੱਕ ਤਰ੍ਹਾਂ ਹੋ ਗਿਆ ਕਿ ਕਰਫਿਊ ਨੂੰ ਜਿਹੜਾ ਕਰੋਨਾ ਨੂੰ ਹੈਗਾ ਉਹ ਦਿਨੇ ਤਾਂ ਅਸੀਂ ਡੱਕ ਦਿੰਦੇ ਹਾਂ, ਸ਼ਾਮ ਨੂੰ ਖੋਲ੍ਹ ਦਿੰਦੇ ਤੇ ਬੰਦਿਆਂ ਨੂੰ ਕਹਿੰਦੇ ਤੁਸੀਂ ਘਰਾਂ 'ਚ ਰਹਿ ਲਓ। ਮਤਲਬ ਇੱਦਾਂ ਦੀ ਗੱਲ ਲੱਗਦੀ ਪਈ ਹੈ ਨਾ ਜੀ ਕਿ ਵੀ ਇਹਦਾ ਕੋਈ ਇਲਾਜ ਥੋੜ੍ਹੀ ਹੈਗਾ ਕਿ ਵੀ ਕਰਫਿਊ ਲਗਾਉਣ ਨਾਲ ਕਰੋਨਾ ਜਿਹੜਾ ਹੈਗਾ ਘੱਟ ਜਾਊਗੀ। ਮਹਾਮਾਰੀ ਹੈ, ਪ੍ਰੋਬਲਮ ਇਜ਼ ਦੇਅਰ, ਲੇਕਿਨ ਇਹਦਾ ਇੱਕੋ ਹੀ ਹੈਗਾ ਕਿ ਅਸੀਂ ਹਾਲੇ ਤੱਕ ਕਿਉਂਕਿ ਜਦ ਤੱਕ ਇਹਦਾ ਇਲਾਜ ਨਹੀਂ ਆਉਂਦਾ ਤਦ ਤੱਕ ਸੋਸ਼ਲ ਡਿਸਟੈਂਸਿੰਗ ਜਿਹੜਾ ਹੈਗਾ ਉਹ ਜ਼ਰੂਰੀ ਹੈ, ਮਾਸਕ ਪਹਿਨਣਾ ਜ਼ਰੂਰੀ ਹੈਗਾ। ਹੁਣ ਜਿੱਦ ਤੱਕ ਕਰਪਸ਼ਨ ਹੋ ਰਹੀ ਹੈ ਚਿੰਤਾ ਦਾ ਵਿਸ਼ੇ ਹੈ ਕਿਉਂਕਿ ਕਮਿਊਨਿਟੀ ਸਪਰੈਡ ਆਊਟ ਇਜ਼ ਦੇਅਰ ਹੈਗਾ, ਇਹਦੇ ਬਾਰੇ ਕੋਈ ਦੋ ਰਾਏ ਨਹੀਂ ਹੈ। ਲੇਕਿਨ ਹੈਗਾ ਕਿ ਵੀ ਇਹ ਇਲਾਜ ਨਹੀਂ ਹੈ ਕਿ ਜੇ ਤੁਸੀਂ ਕੋਈ ਸ਼ਨੀ ਐਤਵਾਰ ਲੋਕਡਾਊਨ ਕਰਨਾ ਕਿਤੇ ਘਟ ਜਾਊਗਾ, ਐਸੀ ਵੀ ਕੋਈ ਸਥਿਤੀ ਨਹੀਂ ਹੈ ਕਿਉਂਕਿ ਜਾਂ ਤਾਂ ਫਿਰ 14 ਦਿਨ ਤੱਕ ਹੋਵੇ
ਕਿਉਂਕਿ 14 ਦਿਨ ਤੱਕ ਕਮ ਸੇ ਕਮ ਇਹ ਹੁੰਦਾ ਕਿ ਵੀ ਜਿਹੜਾ ਇਹਦਾ ਜੈਸਟੇਸ਼ਨ ਪੀਰੀਅਡ ਹੈਗਾ ਉਹ ਓਵਰ ਹੋ ਜਾਂਦਾ ਕਿ ਵੀ ਤੁਸੀਂ ਮਿਲੋਗੇ ਨਹੀਂ, ਤੇ ਜੇ ਕਿਸੇ ਨੂੰ ਹੋਇਆ ਵੀ ਹੋਊਗਾ ਤਾਂ ਸਬਸਾਈਡ ਕਰ ਜਾਏਗਾ। ਜੇ ਮੈਂ ਗੱਲ ਕਰਾਂ, ਜਿੱਦਾਂ ਤੁਸੀਂ ਕਿਹਾ ਕਿ ਮਾਸਕ ਪਾਉਣਾ ਜ਼ਰੂਰੀ ਹੈ, ਹਦਾਇਤਾਂ ਦਾ ਪਾਲਣ ਕਰਨਾ ਜ਼ਰੂਰੀ ਹੈ। ਜੇ ਮੈਂ ਗੱਲ ਕਰਾਂ ਇਨਫੋਰਸਮੈਂਟ ਦੀ, ਜੇ ਆਪਾਂ ਜਲੰਧਰ 'ਚ ਇਸ ਵੇਲੇ ਬੈਠੇ ਹਾਂ, ਜਲੰਧਰ ਦੇ ਵਿੱਚ ਲਗਭਗ 1.5 ਕਰੋੜ ਤੋਂ ਜ਼ਿਆਦਾ ਜਿਹੜਾ ਅਮਾਊਂਟ ਹੈ ਉਹ ਸਿਰਫ ਮਾਸਕਾਂ ਦੇ ਚਲਾਨਾਂ ਦੇ ਇਕੱਠਾ ਕੀਤਾ ਜਾ ਚੁੱਕਾ ਹੋਇਆ। ਜੇ ਮੈਂ ਗੱਲ ਕਰਾਂ ਸੋਸ਼ਲ ਡਿਸਟੈਂਸਿੰਗ ਨੋਰਮ ਦੇ ਬ੍ਰੇਕੇਜ ਦੀ, ਉਹਨਾਂ ਦੇ ਵੀ ਜਿਹੜੀ ਇੱਕ ਅਲੱਗ ਅਮਾਊਂਟ ਸਾਹਮਣੇ ਆ ਚੁੱਕੀ ਹੋਈ ਹੈ। ਅਗਰ ਹਾਲ ਹੀ ਦੇ ਵਿੱਚ ਡੀਸੀ ਸਾਹਿਬ ਨਾਲ ਗੱਲ ਹੋਈ ਸੀ ਕਿ 2.5 ਕਰੋੜ ਤੱਕ ਦਾ ਜਿਹੜਾ ਅਮਾਊਂਟ ਉਹ ਚਲਾਨਾਂ ਦਾ ਇਕੱਠਾ ਹੋ ਚੁੱਕਾ ਹੋਇਆ। ਇੰਨੀ ਇਨਫੋਰਸਮੈਂਟ ਹੈ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ। ਲੋਕ ਕਿਤੇ ਨਾ ਕਿਤੇ ਇਹਨਾਂ ਦੀ ਪਾਲਣਾ ਵੀ ਕਰਦੇ ਨਜ਼ਰ ਆ ਰਹੇ ਨੇ, ਫਿਰ ਵੀ ਤੁਸੀਂ ਕਹਿ ਰਹੇ ਹੋ ਕਿ ਅਗਰ ਗਵਰਨਮੈਂਟ ਜਿਹੜੀ ਉਹ ਚੱਜ ਨਾਲ ਕੰਮ ਨਹੀਂ ਕਰਦੀ। ਦੇਖੋ ਗੱਲ ਇਹ ਹੈ ਕਿ ਹੁਣ ਮਾਸਕ ਦੀ ਗੱਲ ਹੈ, ਮੈਂ ਜ਼ਿਲ੍ਹਾ ਪ੍ਰਸ਼ਾਸਨ ਨੇ ਮੈਂ ਖੁਦ ਫੋਨ ਕੀਤਾ, ਮੈਂ ਕਿਹਾ ਜੀ ਗੱਲ ਹੈ ਤੁਸੀਂ ਚਲਾਨ ਕਰਨ ਦੀ ਬਜਾਏ ਮਾਸਕ ਵਾਲੇ ਦਾ ਤੁਸੀਂ ਤੁਹਾਨੂੰ ਫ੍ਰੀ ਮਾਸਕ ਪ੍ਰੋਵਾਈਡ ਕਰਵਾ ਦਿੰਦੇ ਆ, ਤੇ ਤੁਸੀਂ ਜਿਹੜਾ ਕੋਣ ਉਹਨੂੰ ਮਾਸਕ ਪਵਾ ਦਿਓ। ਕਹਿੰਦੇ ਸਾਨੂੰ ਉੱਤੋਂ ਹਦਾਇਤਾਂ ਚਲਾਨ ਕਰਨੇ ਆ। ਮਤਲਬ ਸਵਾਲ ਇਹ ਆ, ਮਾਨਸਿਕਤਾ ਇਹ ਹੈ ਕਿ ਅਸੀਂ ਉਹਨਾਂ ਨੂੰ ਸੇਫਟੀ ਸੇਫ ਜਿਹੜਾ ਬਚਾਓ ਹੀ ਉਪਚਾਰ ਆ ਉਹ ਨਹੀਂ ਕਰਨਾ ਕਿ ਮਾਸਕ ਪਵਾ ਦਿਓ, ਉਹਨਾਂ ਚਲਾਨ ਕਰਨੇ ਕਿਉਂਕਿ ਆਮਦਨ ਹੋਵੇ। ਸੋ ਮਾਨਸਿਕਤਾ ਜਿਹੜੀ ਹੈ ਆਮਦਨ ਕਰਨਾ, ਨਾ ਕੀ ਹੈਗਾ ਕਿ ਵੀ ਅਗਲਿਆਂ ਨੂੰ ਲੋਕਾਂ ਨੂੰ ਕਿ ਮਾਸਕ ਜਿਹੜਾ ਪ੍ਰੇਰਿਤ ਕਰਨਾ ਜਾਂ ਮਾਸਕ ਜੇ ਫ੍ਰੀ ਪ੍ਰੋਵਾਈਡ ਕਰਵਾ ਸਕਦੇ ਆ, ਤੇ ਕਿਉਂ ਨਹੀਂ ਪ੍ਰਸ਼ਾਸਨ ਜਿਹੜਾ ਹੈਗਾ ਇਸ ਵੱਲ ਕਦਮ बढ़ाਉਂਦਾ। ਜੇ ਕਿ ਗੱਲ ਕੀਤੀ ਜਾਵੇ ਕਾਲੀਆ ਸਾਹਿਬ, ਹੁਣ ਐਸੈਂਸ਼ੀਅਲ ਗੁੱਡਸ ਦੀ ਮੈਂ ਗੱਲ ਕਰਾਂ, ਵਿੱਚ ਰੈਸਟੋਰੈਂਟਸ ਨੂੰ ਵੀ ਕਈਆਂ ਨੂੰ ਪਰਮਿਸ਼ਨ ਦਿੱਤੀ ਗਈ ਹੈ। 6:30 ਵਜੇ ਤੱਕ ਦੀ ਜਿਹੜੀ ਪਰਮਿਸ਼ਨ ਹੈ ਉਹ ਗ੍ਰਾਂਟ ਕੀਤੀ ਗਈ ਹੈ। ਫਿਰ ਕੁਝ ਕਿ ਜਿਹੜੇ ਹੋਰ ਜਿੱਦਾਂ ਤੁਸੀਂ ਕਿਹਾ ਐਸੈਂਸ਼ੀਅਲ ਚੀਜ਼ਾਂ ਉਹ ਬਦਲਦੀਆਂ ਰਹਿੰਦੀਆਂ ਨੇ ਸਮੇਂ ਸਿਰ। ਕੀ ਤੁਹਾਨੂੰ ਲੱਗਦਾ ਕਿ ਇਹ ਜਿਹੜਾ ਹੁਣ ਫੈਸਲਾ ਜਿਹੜੇ ਲੋਕਾਂ ਨੂੰ ਛੂਟ ਦਿੱਤੀ ਗਈ ਹੈ ਉਹ ਠੀਕ ਹੈ, ਤੇ ਉਹਨਾਂ 'ਚ ਕਿੰਨਾ ਲੋਕਾਂ ਦੀ ਛੂਟ ਜਾਇਜ਼ ਹੈ ਤੇ ਕਿੰਨਾ ਦੀ ਨਾਜਾਇਜ਼? ਦੇਖੋ ਗੱਲ ਇਹ ਹੈਗਾ ਪੈਨਿਕ ਰਿਐਕਸ਼ਨ ਜਿਹਨੂੰ ਕਹਿੰਦੇ ਆ ਕਿ ਵੀ ਸਪਰਟ ਹੋਇਆ, ਕਰੋਨਾ ਵਧਿਆ, ਕਮਿਊਨਿਟੀ ਸਪਰੈਡ ਆਊਟ ਜਿਹੜਾ ਨਜ਼ਰ ਆ ਰਿਹਾ, ਸਾਰਿਆਂ ਨੂੰ ਨਜ਼ਰ ਆ ਰਿਹਾ, ਚਿੰਤਾ ਦਾ ਵਿਸ਼ਾ ਹੈ। ਲੇਕਿਨ ਅਸੀਂ ਸਰਕਾਰ ਜਿਹੜਾ ਨਾ ਇੱਕ ਪੈਨਿਕ ਰਿਐਕਸ਼ਨ ਕਰ ਰਹੀ ਹੈ ਕਿ ਵੀ ਰਾਤ ਦਾ ਕਰਫਿਊ ਲਗਾਤਾ ਜੀ, ਹੁਣ 7 ਵਜੇ ਤੋਂ ਲਾ ਕੇ 5 ਵਜੇ ਤੱਕ, ਇਹਦਾ ਕੋਈ ਅਸਰ ਨਹੀਂ ਕਿਉਂਕਿ ਲੋਕੀ ਘਰੋਂ ਘਰ ਹੀ ਹੈਗੇ ਆ। ਹੁਣ ਸਵਾਲ ਇਹ ਹੈਗਾ ਕਿ ਇਸੇ ਤਰ੍ਹਾਂ ਐਸੈਂਸ਼ੀਅਲ ਗੁੱਡਸ ਜਿਹੜੀਆਂ ਹੈਗੀਆਂ ਹੁਣ ਜਿਹਨੂੰ ਜ਼ਰੂਰਤ ਹੈ, ਦੇਖੋ ਆਮ ਤੌਰ ਤੇ ਬੰਦਾ ਜਿਹੜਾ ਅੱਜ ਕੱਲ੍ਹ ਹਾਲਾਤ ਇਹ ਹੈ ਹਰ ਇੱਕ ਬੰਦਾ ਘਰ ਹੀ ਬਣਾ ਕੇ ਖਾਂਦਾ। ਹੁਣ ਕਿਸੇ ਨੂੰ ਜ਼ੁਬਾਨ ਦਾ ਰਸ ਜ਼ਿਆਦਾ ਕਿ ਵੀ ਚਲੋ ਬਾਹਰੋਂ ਮੰਗਾ ਕੇ ਖਾ ਲਈਏ, ਹੁਣ ਉਹ ਦੁਕਾਨਾਂ ਖੁੱਲ੍ਹੀਆਂ ਹੈਗੀਆਂ, ਉਹਨਾਂ ਨੂੰ ਕਿਹਾ ਤੁਸੀਂ ਦੁਕਾਨਾਂ ਖੋਲ੍ਹ ਸਕਦੇ ਹੋ ਤੇ ਤੁਸੀਂ ਜਿਹੜਾ ਨੇ ਉੱਥੇ ਸਪਲਾਈ ਕਰ ਲਓ। ਹੁਣ ਜੇ ਸਪਲਾਈ ਕਰਨ ਵਾਲੇ ਨੂੰ ਕਰੋਨਾ ਹੋਊਗਾ ਤੇ ਤੁਸੀਂ ਉਹ ਘਰ ਵੰਡ ਕੇ ਆਊਗਾ। ਮਤਲਬ ਇਹ ਬੜਾ ਵੱਡਾ ਇੱਕ ਬਹਿਸ ਦਾ ਵਿਸ਼ੇ ਹੈ। ਸੋ ਉਸ ਨਾਤੇ ਅਸੀਂ ਇਸ ਗੱਲ ਦੀ ਕਿ ਵੀ ਕਿਸੇ ਨੂੰ ਕੋਈ ਗਰੰਟੀ ਨਹੀਂ ਹੈ ਕਿ ਵੀ ਜੇ ਵਿਅਕਤੀ ਕੋਈ ਬੰਦਾ ਘਰ ਆਏਗਾ ਉਹਨੂੰ ਜੇ ਕਰੋਨਾ ਹੋਊਗਾ ਤਾਂ ਘਰ ਵੰਡ ਜੂਗਾ, ਭਾਵੇਂ ਨਾ ਵੀ ਬਾਹਰ ਗਿਆ ਹੋਵੇ। ਤੇ ਬੰਦੇ ਨੂੰ ਜੇ ਕਰੋਨਾ ਨਹੀਂ ਹੋਇਆ, ਜੇ 100 ਬੰਦਾ ਇਕੱਠਾ ਹੋਇਆ ਕਿਸੇ ਨੂੰ ਕਰੋਨਾ ਨਹੀਂ ਤੇ ਕਰੋਨਾ ਪੈਦਾ ਨਹੀਂ ਹੋ ਜਾਣਾ। ਸੋ ਉਸ ਨਾਤੇ ਜਿਹੜਾ ਹੈਗਾ ਇਹਦੇ ਵਿੱਚ ਸਿਰਫ ਹੈਗਾ ਕਿ ਵੀ ਤੁਸੀਂ ਆਪਣੀ ਸੋਸ਼ਲ ਡਿਸਟੈਂਸਿੰਗ ਜਿੰਨਾ ਕੁ ਕਰੋਗੇ ਉਨਾ ਹੀ ਬਿਹਤਰ ਹੈ। ਜੇ ਬਾਹਰੋਂ ਮੰਗਾ ਕੇ ਵੀ ਖਾਂਦੇ ਹੋ ਤੇ ਜੇ ਉਹਦੇ ਵਾਇਰਸ ਕੈਰੀ ਕਰ ਗਿਆ ਤੇ ਤੁਹਾਨੂੰ ਹੋ ਜਾਣਾ। ਸੋ ਇਸ ਲਈ ਜਿਹੜਾ ਹੈਗਾ ਬਿਹਤਰ ਇਹੀ ਹੈਗਾ ਕਿ ਘਰ ਦੀਆਂ ਚੀਜ਼ਾਂ ਬਣਾ ਕੇ ਤੁਸੀਂ ਖੁਦ ਖਾਓ, ਉਹਦੇ 'ਚ ਜ਼ਰਾ ਜ਼ਿਆਦਾ ਬਚਾਓ ਹੈਗਾ। ਜੇ ਮੈਂ ਗੱਲ ਕਰਾਂ ਬੀਤੇ ਦਿਨ ਜਿਹੜਾ ਨਾਈਟ ਕਰਫਿਊ ਵੀ ਲੱਗਦਾ ਸੀਗਾ, ਉਸ ਤੋਂ ਪਹਿਲਾਂ ਜਿਹੜੀਆਂ ਇੱਕ ਸਮੇਂ ਮਿੱਥਿਆ ਗਿਆ ਸੀ ਦੁਕਾਨਾਂ ਦੇ ਬੰਦ ਹੋਣ ਦਾ, ਕਈ ਵਾਰੀ ਦੇਖਿਆ ਗਿਆ ਕਿ ਜਿਹੜੇ ਠੇਕੇ ਨੇ, ਖਾਸ ਕਰਕੇ ਤੁਸੀਂ ਠੇਕੇ ਦੀ ਵੀ ਗੱਲ ਕੀਤੀ ਹੈ, ਠੇਕੇ ਜਿਹੜੇ ਨੇ ਉਹ ਮਿੱਥੇ ਗਏ ਸਮੇਂ ਤੋਂ ਵੱਧ ਸਮੇਂ ਤੱਕ ਖੋਲ੍ਹਦੇ ਸਨ। ਆਪਾਂ ਉਹਨਾਂ ਨੂੰ ਦੇਖਿਆ ਵੀ ਹੈ, ਜਾ ਕੇ ਰਿਐਲਿਟੀ ਚੈੱਕ ਵੀ ਕੀਤਾ, ਫਿਰ ਵੀ ਕਿਤੇ ਨਾ ਕਿਤੇ ਜਿਹੜੀ ਹੈ ਉਹ ਠੇਕੇ ਖੋਲ੍ਹਦੇ ਸਨ। ਤੁਸੀਂ ਇਸ ਚੀਜ਼ ਦੀ ਅਣਗਹਿਲੀ ਕਿਹਨਾਂ ਦੀ ਮੰਨਦੇ ਹੋ? ਉਹਨਾਂ ਠੇਕੇ ਵਾਲਿਆਂ ਦੀ ਜਿਹੜੀ ਉਹ ਗੱਲ ਨਹੀਂ ਮੰਨਦੇ ਜਾਂ ਸਰਕਾਰ ਦੀ? ਦੇਖੋ ਗੱਲ ਇਹਦੇ ਲਈ ਸਰਕਾਰ ਜ਼ਿੰਮੇਵਾਰ ਹੈ, ਕਿਉਂਕਿ ਤੁਸੀਂ ਦੇਖੋ ਕਿ ਜਦੋਂ ਪਹਿਲਾ ਲਾਕਡਾਊਨ 1-2 ਆਇਆ, ਉਹਦੇ ਵਿੱਚ ਵੀ ਕੈਪਟਨ ਸਾਹਿਬ ਰੌਲਾ ਪਾਉਂਦੇ ਸੀਗੇ ਕੇਂਦਰ ਸਰਕਾਰ ਨੂੰ ਕਿ ਵੀ ਤੁਸੀਂ ਜਿਹੜਾ ਨਾ ਜੀ ਠੇਕਿਆਂ ਨੂੰ ਖੋਲ੍ਹਣ ਦੀ ਇਜਾਜ਼ਤ ਦੇ ਦਿਓ, ਨਹੀਂ ਦਿੱਤੀ। ਜਦੋਂ ਠੇਕਿਆਂ ਖੋਲ੍ਹਣ ਦੀ ਇਜਾਜ਼ਤ ਦਿੱਤੀ, ਲੰਬੀਆਂ ਲਾਈਨਾਂ ਨਹੀਂ ਲੱਗੀਆਂ। ਇਹਦਾ ਮਤਲਬ ਇਹ ਸੀਗਾ ਕਿ ਡੋਰ ਟੂ ਡੋਰ ਸਪਲਾਈ ਹੋਈ ਸੀਗੀ ਔਰ ਉਹ ਸਰਕਾਰ ਕਰਵਾ ਰਹੀ ਹੈ। ਸੋ ਜੇ ਹਦਾਇਤਾਂ ਹੋਣਗੀਆਂ ਪੁਲਿਸ ਨੂੰ ਤੇ ਤਾਈਓ ਹੋ ਰਿਹਾ ਸੀ ਨਾ, ਤਾਂ ਉਹਦੇ ਵਿੱਚ ਹੀ ਤੁਹਾਨੂੰ ਇਲੀਗਲ ਡਿਸਟਿਲਰੀਆਂ ਮਿਲੀਆਂ ਜਿਹਦੇ ਨਾਲ 5600 ਕਰੋੜ ਰੁਪਏ ਦਾ ਜਿਹੜਾ ਹੈਗਾ ਰੈਵਨਿਊ ਲਾਸ ਵੀ ਜਿਹੜਾ ਹੈਗਾ ਉਹ ਸਰਕਾਰ ਨੇ ਮੰਨਿਆ। ਸੋ ਕਿਤੇ ਨਾ ਕਿਤੇ ਜਿਹੜਾ ਹੈਗਾ ਮਿਲੀ ਭੁਗਤ ਹੈਗੀ ਹੈ। ਸੋ ਇਸ ਲਈ ਜਿਹੜਾ ਠੇਕਿਆਂ ਨੂੰ ਵੀ ਟਾਈਮਿੰਗਸ ਜਿਹੜੀ ਖੁੱਲ੍ਹ ਦਿੱਤੀ ਜਾਂਦੀ ਉਹ ਇਸੇ ਕਾਰਨ ਹੈ। ਜੇਕਰ ਮੈਂ ਗੱਲ ਕਰਾਂ ਜ਼ਹਿਰੀਲੀ ਸ਼ਰਾਬ ਮਾਮਲਾ ਜਿਹੜਾ ਤਰਨ 'ਚ ਬਹੁਤ ਲੋਕ ਜਿਹੜੇ ਸਨ ਮਰੇ ਵੀ ਸਨ, ਉਹਨਾਂ ਦੀ ਮੈਂ ਜੇ ਗੱਲ ਕਰਾਂ, ਤੁਹਾਨੂੰ ਕੀ ਲੱਗਦਾ ਜਿਹੜੀ ਹੁਣ ਉਹਨਾਂ ਦੀ ਇੱਕ ਸਪੈਸ਼ਲ ਟੀਮ ਬਿਠਾਈ ਗਈ ਸੀ ਜਿਹਦੇ ਵਿੱਚ ਜਲੰਧਰ ਦੇ ਐਡੀਸ਼ਨਲ ਕਮਿਸ਼ਨਰ ਜਿਹਨਾਂ ਨੂੰ ਹੈੱਡ ਕਰ ਰਹੇ ਸਨ, ਮੈਜਿਸਟ੍ਰੇਟੀਅਲ ਜਾਂਚ ਉਹਨਾਂ ਕੋਲ ਸੀਗੀ, ਕੀ ਤੁਹਾਨੂੰ ਕੀ ਲੱਗਦਾ ਕਿ ਜਿਹੜੀ ਇਹ ਜਾਂਚ ਕਿਸ ਹੱਦ ਤੱਕ ਪਹੁੰਚੀ ਹੋਏਗੀ ਤੇ ਕੀ ਉਹ ਜਾਂਚ ਸਹੀ ਤਰੀਕੇ ਨਾਲ ਹੋ ਵੀ ਰਹੀ ਹੈ ਜਾਂ ਨਹੀਂ? ਦੇਖੋ ਜਿਹੜੀ ਜਾਂਚ ਹੈ ਨਾ ਉਹ ਸਿਰਫ ਆਈ ਵਾਸ਼ ਹੈ। ਉਹਦਾ ਕਾਰਨ ਇਹ ਹੈ ਕਿ ਵੀ ਜਿਹੜੀ ਸਪਿਰਿਟ ਹੈਗੀ ਹੈ, ਐਕਸਟਰਾ ਨਿਊਟਰਲ ਐਲਕੋਹਲ ਹੈਗੀ ਹੈ, ਜਾਂ ਤੁਸੀਂ ਡੀਨੇਚਰ ਸਪਿਰਿਟ ਹੈ, ਮੈਥਾਈਲ ਹੈਗੀ ਹੈ। ਸੋ ਇਹ ਜਿਹੜੀਆਂ ਚੀਜ਼ਾਂ ਜਿਹੜੀਆਂ ਇਹ ਰੈਗੂਲੇਟਡ ਹੈਗੀਆਂ, ਕਿਉਂਕਿ ਇਹਨਾਂ ਨੂੰ ਬਿਨਾਂ ਪਰਮਿਟ ਤੋਂ ਜਾਰੀ ਨਹੀਂ ਹੋ ਸਕਦੀਆਂ।
ਜੇ ਬਿਨਾ ਪਰਮਿਟ ਤੋਂ ਜਾਰੀ ਨਹੀਂ ਹੁੰਦੀਆਂ ਤੇ ਇਹਦਾ ਮਤਲਬ ਇਹ ਕਿੱਦਾਂ ਬਾਹਰ ਆਈਆਂ, ਤੇ ਜੇ ਆਈਆਂ ਤੇ ਇਹਦਾ ਮਤਲਬ ਐਕਸਾਈਜ਼ ਐਂਡ ਟੈਕਸੇਸ਼ਨ ਡਿਪਾਰਟਮੈਂਟ ਜ਼ਿੰਮੇਵਾਰ ਹੈ। ਹੁਣ ਜਾਂ ਤਾਂ ਅਫਸਰ ਐਡੇ ਨਲਾਇਕ ਲੱਗੇ ਹੋਏ ਆ ਕਿ ਉਹਨਾਂ ਨੂੰ ਪਤਾ ਨਹੀਂ ਲੱਗਾ, ਜਾਂ ਮਿਲੀ ਭੁਗਤ ਹੈ, ਠੀਕ ਹੈ ਨਾ। ਤੇ ਜੇ ਮਿਲੀ ਭੁਗਤ ਹੈ ਤੇ ਜਾਂ ਤੀਸਰੀ ਗੱਲ ਉੱਤੋਂ ਇਸ਼ਾਰਾ, ਤੇ ਉੱਤੋਂ ਇਸ਼ਾਰਾ ਕਿਹਦਾ? ਐਕਸਾਈਜ਼ ਐਂਡ ਡਿਪਾਰਟਮੈਂਟ ਦਾ ਮਿਨਿਸਟਰ ਇੰਚਾਰਜ ਕੌਣ ਹੈ? ਮੁੱਖ ਮੰਤਰੀ। ਸੋ ਸਿੱਧੀ ਜ਼ਿੰਮੇਵਾਰੀ ਜਿਹੜੀ ਹੈਗੀ ਹੈ ਕੈਪਟਨ ਅਮਰਿੰਦਰ ਸਿੰਘ ਉਹਨਾਂ ਤੇ ਜਾਂਦੀ ਹੈ। ਔਰ ਤੁਸੀਂ ਇਹ ਦੇਖੋ ਕਿ ਅੱਜ ਪਿਛਲੇ ਦਿਨੀ ਜਿਹੜੇ 123 ਬੰਦੇ ਮਰੇ, ਉਹਦੇ ਬਾਅਦ 2 ਹੋਰ ਮਰੇ, ਤਾਂ ਉਹਨਾਂ ਦੇ ਪਰਿਵਾਰਾਂ ਦਾ ਕਹਿਣ ਦਾ ਹੈਗਾ, ਉਸ ਪਿੰਡਾਂ ਦੇ ਲੋਕਾਂ ਨੇ ਧਰਨਾ ਦਿੱਤਾ ਔਰ ਕਿਹਾ ਕਿ ਗੱਲ ਇਹ ਹੈਗਾ ਅੱਗੇ ਡੋਰ ਟੂ ਡੋਰ ਸਪਲਾਈ ਹੁੰਦੀ, ਸਾਨੂੰ ਲੈਣ ਜਾਣੀ ਪੈਂਦੀ ਹੈ। ਗੱਲ ਇੰਨੀ ਹੈ ਜਿਹੜੀ ਡੀ ਨੇਚਰ ਸਪਿਰਿਟ ਤੋਂ ਜਿਹੜੀ ਹੈਗੀ ਹੈ ਸਪਿਰਿਟ ਜਿਹੜੀ ਐਲਕੋਹਲ ਬਣੀ ਹੋਈ ਹੈਗੀ ਹੈ। ਸੋ ਉਸ ਨਾਤੇ ਜਿਹੜੀ ਹੈਗੀ ਹੈ ਕਿ ਵੀ ਇਹ ਕੰਮ ਰੁਕਿਆ ਨਹੀਂ ਹੈ, ਇਹਦਾ ਮਤਲਬ ਹੈ। ਤਾਂ ਔਰ ਤੁਸੀਂ ਇਹ ਦੇਖੋ ਕਿ ਆਪ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਕਿਹਾ ਕਿ ਜੀ ਇਹ ਕਤਲ ਹੈ, ਤੇ ਕਤਲ ਹੈ ਤੇ 302 ਦੇ ਪਰਚੇ ਕਿਉਂ ਨਹੀਂ ਰਜਿਸਟਰ ਹੋਏ? ਆਫਟਰ ਆਲ ਕੰਪਲੇਨੈਂਟ ਕੌਣ ਹੋਏਗਾ? ਕੰਪਲੇਨੈਂਟ ਹੋਏਗਾ ਜਿਹੜੇ ਅਕਿਊਜ਼ ਦੇ ਵਿਕਟਮ ਦੇ ਜਿਹੜੇ ਹੈਗੇ ਆ ਪਰਿਵਾਰ ਵਾਲੇ ਹੋਣਗੇ। ਉਹਨਾਂ ਨੇ ਲਿਖ ਕੇ ਦਿੱਤਾ ਕਿ ਜਿਹੜੇ ਮੋਬਾਈਲ ਫੋਨ ਤੇ ਆਰਡਰ ਪਲੇਸ ਹੁੰਦਾ ਸੀ, ਜਿਹੜੇ ਸਕੂਟਰਾਂ ਦੇ ਨੰਬਰ ਦਿੱਤੇ ਜਿੱਥੋਂ ਸਪਲਾਈ ਹੁੰਦਾ ਸੀ, ਜਿਹੜੇ ਬੰਦੇ ਲੈ ਕੇ ਆਉਂਦੇ ਸੀ ਉਹਨਾਂ ਦੇ ਨਾਮ ਦਿੱਤੇ, ਤੇ ਫਿਰ ਕੇਸ ਕਿਉਂ ਨਹੀਂ ਰਜਿਸਟਰ ਹੁੰਦਾ? ਹੁਣ ਮਾਤਾ ਇੱਕ ਸੀਗੀ ਸਾਡੇ ਕੋਲ, ਅਸੀਂ ਜਦੋਂ ਗਵਰਨਰ ਸਾਹਿਬ ਨੂੰ ਮੈਮੋਰੈਂਡਮ ਦਿੱਤਾ ਅਕਾਲੀ ਦਲ ਬੀਜੇਪੀ ਵੱਲੋਂ, ਤਾਂ ਉਦੋਂ ਮਾਤਾ ਨੇ ਕਿਹਾ ਮੇਰੇ 2 ਪਰਿਵਾਰ ਦੇ ਜੀ ਮਾਰੇ ਗਏ। ਉਹਨੇ ਸਿੱਧਾ ਨਾਮ ਲਿੱਤਾ, ਵਿਧਾਇਕ ਦਾ ਨਾਮ ਦਿੱਤਾ ਕਿ ਵੀ ਰਮਨਜੀਤ ਸਿੰਘ ਸਿੱਕੀ ਹੋਣੀ, ਔਰ ਉਹਦਾ ਪੀਏ ਜਰਮਜੀਤ ਸਿੰਘ, ਧਰਮਵੀਰ ਅਗਨੀਹੋਤਰੀ ਹੈ, ਡੈਨੀ ਹੈ, 4-5 ਬੰਦਿਆਂ ਨਾਮ ਲਿੱਤੇ ਕਿ ਵੀ ਇਹ ਬੰਦੇ ਜਿਹੜੇ ਹੈਗੇ ਆ ਸਪਲਾਈ ਕਰਵਾਉਂਦੇ ਆ, ਤਾਂ ਕਿਉਂ ਨਹੀਂ ਕੇਸ ਰਜਿਸਟਰ ਹੁੰਦਾ ਪਿਆ? ਇਹ ਤਾਂ SIT ਤਾਂ ਸਿਰਫ ਬਚਾਓ ਕਰਨ ਦੇ ਲਈ ਹੈ, ਫੜਨ ਲਈ ਨਹੀਂ ਹੈ। ਬਹੁਤ ਬਹੁਤ ਧੰਨਵਾਦ ਕਾਲੀ ਸਾਹਿਬ, ਤੁਸੀਂ ਆਪਣਾ ਕੀਮਤੀ ਸਮਾਂ ਸਾਨੂੰ ਦਿੱਤਾ ਤੇ ਜਿਹੜਾ ਵੀ ਹੁਣ ਲਾਕਡਾਊਨ ਲੱਗਿਆ ਉਸ ਬਾਰੇ ਗੱਲਬਾਤ ਕੀਤੀ। ਧੰਨਵਾਦ ਜੀ। ਧੰਨਵਾਦ ਜੀ। ਸੋ ਇਸ ਸਾਡੇ ਨਾਲ ਭਾਜਪਾ ਦੇ ਸੀਨੀਅਰ ਆਗੂ ਮਨੋਰੰਜਨ ਕਾਲੀਆ, ਜਿਨ੍ਹਾਂ ਨੇ ਸਾਨੂੰ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਲਾਕਡਾਊਨ ਉਹ ਲਗਾਇਆ ਗਿਆ, ਤੇ ਨਾਲ ਹੀ ਨਾਲ ਹੋਰ ਜਿਹੜੇ ਮੁੱਦੇ ਨੇ ਪੰਜਾਬ ਦੇ ਜਿਨ੍ਹਾਂ ਕਰਕੇ ਪਿੱਛੇ ਜਿਹੜੇ ਮਾਮਲੇ ਕਾਫੀ ਭੜਕੇ ਹੋਏ ਸਨ, ਉਹਨਾਂ ਬਾਰੇ ਗੱਲਬਾਤ ਕੀਤੀ ਹੈ ਤੇ ਸਿੱਧਾ ਜਿਹੜਾ ਕੈਪਟਨ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ। ਕੈਮਰਾ ਪਰਸਨ ਸੁਖਵਿੰਦਰ ਸਿੱਧੂ ਦੇ ਨਾਲ ਮੈਂ ਸਾਜਨ ਨਰੂਲਾ, ਦੈਨਿਕ ਸਵੇਰਾ ਟੀਵੀ, ਜਲੰਧਰ। ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद, पंडित मौलवी बेगम तांत्रिक, इन्हां चोरा ठग्गां तो सावधान। स्पेशलिस्ट वशीकरण, सट्टा नंबर, लव मैरिज, पति पत्नी च अनबन, विदेश च पक्का होना, कारोबार दा ना चलना, सिर्फ 31 घंटियां विच समाधान। फ्री 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 मियां रफीक मोहम्मद। मोबाइल 84 374 94 647 84 374 94 648। देश दुनिया की हर वड्डी खबर दे लई हुणे डाउनलोड करो नंबर 1 न्यूज़ ऐप दैनिक सवेरा टाइम्स।